अस्सलाम वालेकुम जी। एक नई वीडियो के नाल सब ਨੂੰ ਵਾਰਮ ਵੈਲਕਮ ਸਾਡੇ ਚੈਨਲ ਤੇ। ਜਿਸ ਤਰ੍ਹਾਂ ਤੁਸੀਂ ਥੰਬਨੇਲ ਤੋਂ ਅੰਦਾਜ਼ਾ ਲਾ ਲਿਆ ਹੋਣਾ ਕਿ ਅੱਜ ਦੀ ਵੀਡੀਓ ਦਾ ਬੁਨਿਆਦੀ ਮਕਸਦ ਕੀ ਸੀ ਹੈ। ਬੇਸਿਕਲੀ ਮੈਂ ਇਸ ਤੋਂ ਪਹਿਲੇ ਵੀ ਇੱਕ ਵੀਡੀਓ ਬਣਾਈ ਸੀ ਰੋਮਾਨੀਆ ਦੇ ਉੱਤੇ, ਕਰੋਸ਼ੀਆ ਦੇ ਉੱਤੇ, ਕਿ ਇਹਨਾਂ ਦੇ ਕੀ ਚਾਂਸਿਸ ਹੈ ਨੇ ਸ਼ਿੰਗਨ ਦੇ ਵਿੱਚ ਐਂਟਰ ਹੋਣ ਦੇ। ਰੋਮਾਨੀਆ, ਬੁਲਗਾਰੀਆ, ਕਰੋਸ਼ੀਆ। ਯੂਰਪੀ ਯੂਨੀਅਨ ਨੇ ਪਿੱਛੇ ਜੇ ਕਰਾਰਦਾਦ ਪਾਸ ਕੀਤੀ ਸੀ ਜਿਹਦਾ 8 ਦਸੰਬਰ, ਅੱਜ ਯਾਨੀ ਕਿ 3 ਦਸੰਬਰ ਹੋ ਗਿਆ ਤੇ 5 दिन बाद ਜਿਹੜਾ ਨਾ ਇਹਨਾਂ ਦੀ ਕਾਨਫਰੰਸ ਹੋ ਰਹੀ ਹੈ ਔਰ ਉਹਦੇ ਵਿੱਚ ਉਹਨਾਂ ਨੇ ਇਹ ਚੀਜ਼ ਪੇਸ਼ ਕਰਨੀ ਹੈ, ਜਿਹਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਪਹਿਲੇ ਤੇ ਆਸਟਰੀਆ, ਸਵੀਡਨ ਔਰ ਹਾਲੈਂਡ ਜਿਹੜੇ ਨੇ, ਇਹ ਤਿੰਨ ਮੁਲਕ ਸੀ ਜਿਹੜੇ ਰੁਕਾਵਟ ਪੇਸ਼ ਕਰ ਰਹੇ ਸੀ। ਬਾਅਦ 'ਚ ਆਸਟਰੀਆ ਔਰ ਸਵੀਡਨ ਨਿਕਲ ਗਏ ਸੀ ਹੈ ਔਰ ਸਿਰਫ ਜਿਹੜਾ ਹਾਲੈਂਡ ਬਚਿਆ ਸੀ ਜਿਹੜਾ ਪ੍ਰੋਬਲਮ ਪੇਸ਼ ਕਰ ਰਿਹਾ ਸੀ ਹੈ। ਫਿਰ ਰੋਮਾਨੀਆ ਦੇ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਸਨੇ ਮੁਲਾਕਾਤ ਵੀ ਕੀਤੀ ਸੀ ਹਾਲੈਂਡ ਦੇ ਪ੍ਰਾਈਮ ਮਿਨਿਸਟਰ ਨਾਲ ਕਿ ਔਰ ਆਪਣੀਆਂ ਜੋ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਸ਼ਿੰਗਨ ਦੇ ਵਿੱਚ ਐਂਟਰ ਹੋਣ ਦੀ, ਉਹਨਾਂ ਨੇ ਸਾਰੀ ਪੇਸ਼ ਕੀਤੀ ਸੀ ਹੈ। ਬੇਸਿਕਲੀ ਸ਼ਿੰਗਨ ਦੇ ਵਿੱਚ ਐਂਟਰੀ ਦਾ ਮਕਸਦ ਕੀ ਹੈ? ਸ਼ਿੰਗਨ ਦੇ ਵਿੱਚ ਐਂਟਰੀ ਜਦੋਂ ਹੋਵੇਗੀ ਤੇ ਰੋਮਾਨੀਆ, ਬੁਲਗਾਰੀਆ, ਕਰੋਸ਼ੀਆ ਦੇ ਜਿਹੜੇ ਬਾਸ਼ਿੰਦੇ ਜਿਹੜੇ ਇੱਥੇ ਰਹਿੰਦੇ ਪਏ ਨੇ ਉਹ ਪੂਰੇ ਯੂਰਪੀ ਯੂਨੀਅਨ 'ਚ ਫਰੀਲੀ ਮੂਵ ਕਰਨਗੇ। ਨਾਲ ਜਿਹੜੇ ਸਾਨੂੰ ਉਹਨਾਂ ਨਾਲ ਕੀ ਲੱਗਿਆ, ਨਾਲ ਜਿਹੜੇ ਲੋਕ ਪਾਕਿਸਤਾਨੀ ਜਾਂ ਇੰਡੀਅਨ ਰਹਿ ਰਹੇ ਨੇ, ਜਿਨ੍ਹਾਂ ਕੋਲ ਰੋਮਾਨੀਅਨ ਫਾਰ ਐਗਜ਼ਾਮਪਲ ਉਹਨਾਂ ਕੋਲ ਰੈਜ਼ੀਡੈਂਸ ਕਾਰਡ ਹੈ, ਉਹ ਨਹੀਂ ਜਾ ਸਕਦੇ, ਲੇਕਿਨ ਜਿਉਂ ਹੀ ਸ਼ਿੰਗਨ 'ਚ ਐਂਟਰੀ ਹੋਵੇਗੀ ਤੇ ਉਹ ਵੀ ਫਰੀਲੀ ਮੂਵ ਕਰਨਗੇ ਹੈ। ਔਰ ਬਾਅਦ 'ਚ ਅਗਰ ਉਹਨਾਂ ਕੋਲ ਪਰਮਾਨੈਂਟ ਕਾਰਡ ਹੋਵੇਗਾ ਤਾਂ ਯੂਰਪ ਦੇ ਕਿਸੇ ਵੀ ਮੁਲਕ, ਸ਼ਿੰਗਨ ਦੇ ਕਿਸੇ ਵੀ ਮੁਲਕ ਜਾ ਕੇ ਉਸ ਨੂੰ ਚੇਂਜ ਵੀ ਕਰਾ ਸਕਦੇ ਨੇ। ਯਾਨੀ ਕਿ ਰੋਮਾਨੀਆ, ਜੇ ਅਗਰ ਅੱਜ ਬੰਦਾ ਕੋਈ 10-12 ਲੱਖ 'ਚ ਰੋਮਾਨੀਆ ਆ ਰਿਹਾ ਤੇ ਫਿਰ ਯਕਦਮ ਰੋਮਾਨੀਆ ਦੀ ਵੀਜ਼ੇ ਦੀ ਕੀਮਤ ਯਕਦਮ 24-25 ਲੱਖ ਰੁਪਇਆ ਹੋ ਜਾਣੀ, 30 ਲੱਖ ਰੁਪਇਆ ਹੋ ਜਾਣੀ। ਕਿਉਂਕਿ ਇਹਦੀ ਹੁਣ ਵੈਲਿਊ ਵੱਧ ਗਈ ਹੈ ਕਿ ਬੰਦੇ ਉੱਥੋਂ ਜਾ ਕੇ ਅਗਾਂਹ ਨਿਕਲ ਜਾਣਗੇ ਹੈ। ਤੇ ਜਾਂ ਫਿਰ ਉੱਥੇ ਅਗਰ ਪੱਕੇ ਵੀਜ਼ੇ 'ਤੇ ਗਏ ਨੇ ਜਾਂ ਪੱਕੇ ਕਾਰਡ 'ਤੇ ਗਏ ਨੇ ਤੇ ਅੱਗੋਂ ਜਿਹੜਾ ਉਹਨੂੰ ਕੱਲ੍ਹ ਨੂੰ 5 ਸਾਲਾਂ ਬਾਅਦ ਉਹ ਚੇਂਜ ਕਰ ਸਕਦੇ ਨੇ ਹੈ। ਅਸਲ 'ਚ ਜਿਹੜਾ ਬੁਨਿਆਦੀ ਜਿਹੜਾ ਮਸਲਾ ਸੀ ਯੂਰਪੀ ਯੂਨੀਅਨ ਨੂੰ, ਜਿਹਦੀ ਵਜ੍ਹਾ ਤੋਂ ਖਾਸ ਕਰਕੇ ਹਾਲੈਂਡ ਜਿਹੜਾ ਉਸਨੇ ਇਸ ਦਫਾ ਰਸ਼ੀਅਨ ਟੂਰਿਸਟ ਨੂੰ ਵੀ ਬਲਾਕ ਕਰ ਛੱਡਿਆ ਸੀ। ਉਹਨੂੰ ਉਹਨਾਂ ਡਰ ਲੱਗੇ ਹੋਏ ਸੀ ਕਿ ਅਗਰ ਅਸੀਂ ਇਹਨਾਂ ਮੁਲਕਾਂ ਨੂੰ ਸ਼ਾਮਲ ਕਰ ਲਿਆ ਫਿਰ ਤਾਂ ਜਿਹੜੇ ਬਾਰਡਰਸ ਨੇ ਉਹ ਬਿਲਕੁਲ ਆਖਰ 'ਤੇ ਚਲੇ ਜਾਣਗੇ ਔਰ ਰੋਮਾਨੀਆ 'ਚ ਵੀ ਜਿਹੜੇ ਬੰਦੇ ਨੂੰ ਫਰੀਲੀ ਮੂਵ ਕਰਨਗੇ। ਔਰ ਫਿਰ ਉਹਨਾਂ ਨੂੰ ਡਰ ਹੈ ਸੀ ਕਿ ਮਾਈਗ੍ਰੇਸ਼ਨ ਜਿਹੜੀ ਹੈ ਬਹੁਤ ਤਾਦਾਦ 'ਚ ਹੋਵੇਗੀ, ਲੋਕੀ ਇਹਨਾਂ ਮੁਲਕਾਂ 'ਚੋਂ ਆ ਕੇ ਤੇ ਈਜ਼ੀਲੀ ਸਾਡੇ ਮੁਲਕਾਂ ਤੱਕ ਪਹੁੰਚ ਜਾਣਗੇ। ਉਹ ਇਹਨਾਂ ਨੂੰ ਬੜਾ, ਇੱਕ ਤਾਂ ਮਾਈਗ੍ਰੇਸ਼ਨ ਦਾ ਡਰ ਹੁੰਦਾ, ਇੱਕ ਦੂਸਰੇ ਇਹਨਾਂ ਨੂੰ ਅਟੈਕਸ ਦਾ ਵੀ ਡਰ ਹੁੰਦਾ। ਲੇਕਿਨ ਹੁਣ ਜਿਹੜਾ ਕੱਲ੍ਹ ਜੁਮਾ ਸੀ, ਫਰਾਈਡੇ ਸੀ ਹੈ, ਅੱਜ ਮੈਂ ਸੈਚਰਡੇ ਨੂੰ ਵੀਡੀਓ ਬਣਾ ਰਿਹਾ। ਕੱਲ੍ਹ ਜਿਹੜਾ ਇਹਨਾਂ ਦੀ ਕੈਬਨਿਟ ਨੇ ਫੈਸਲਾ ਕੀਤਾ ਹੈ, ਹਾਲੈਂਡ ਦੀ ਕੈਬਨਿਟ ਨੇ, ਕਿਉਂਕਿ ਇਹ ਪਹਿਲੇ ਇੱਕ ਯਾਦ ਰੱਖੋ ਕਿ ਜਦੋਂ ਵੀ ਸ਼ਿੰਗਨ ਦਾ ਕੋਈ ਮਸਲਾ ਬਣਦਾ ਹੈ ਕਿ ਸ਼ਿੰਗਨ 'ਚ ਕਿਹੜੇ ਮੁਲਕ ਨੂੰ ਐਂਟਰੀ ਦੇਣੀ, ਕਿਹੜੇ ਨੂੰ ਕੱਢਣਾ ਹੈ, ਤੇ ਉਹਦੇ ਵਿੱਚ ਅਗਰ 22 ਮੁਲਕ ਨੇ ਸ਼ਿੰਗਨ ਦੇ ਇਸ ਟਾਈਮ ਹੈ, ਠੀਕ ਹੈ ਜੀ, ਅਗਰ ਇੱਕ ਮੁਲਕ ਵੀ ਕਹਿ ਦੇ ਕਿ ਨਹੀਂ ਤੇ ਉਹ ਫਿਰ ਮੁਲਕ ਉਹ ਸ਼ਿੰਗਨ 'ਚ ਸ਼ਾਮਲ ਨਹੀਂ ਹੁੰਦਾ। ਹੁਣ ਸਾਰੇ ਮੁਲਕ ਰਾਜ਼ੀ ਸੀ, ਸਿਰਫ ਹਾਲੈਂਡ ਦਾ ਮਸਲਾ ਬਣਾਇਆ ਸੀ। ਹੁਣ ਹਾਲੈਂਡ ਦੀ ਕੱਲ੍ਹ ਕੈਬਨਿਟ ਨੇ ਫੈਸਲਾ ਕੀਤਾ, ਜਿਹੜੀ ਉਹਨਾਂ ਦੀ ਮਿਨਿਸਟਰ ਕੈਬਨਿਟ ਹੈ ਉਹਨਾਂ ਨੇ ਫੈਸਲਾ ਕੀਤਾ ਹੈ ਕੱਲ੍ਹ ਫਰਾਈਡੇ ਨੂੰ ਕਿ ਅਸੀਂ ਕਰੋਸ਼ੀਆ ਔਰ ਰੋਮਾਨੀਆ ਜੀ, ਕਰੋਸ਼ੀਆ ਔਰ ਰੋਮਾਨੀਆ ਇਹਨਾਂ ਦੋਵਾਂ ਨੂੰ ਐਕਸੈਸ ਦਾਂਗੇ, ਇਹਨਾਂ ਵਾਸਤੇ ਮਸਲਾ ਕ੍ਰੀਏਟ ਨਹੀਂ ਕਰਾਂਗੇ। ਲੇਕਿਨ ਬੁਲਗਾਰੀਆ ਨੂੰ ਅਜੇ ਤੱਕ ਨਹੀਂ ਮੁਤਮਿਨ ਹੋ ਰਹੇ, ਬੁਲਗਾਰੀਆ ਨੂੰ ਨਾ ਕਿ ਅਸੀਂ ਰਿਜੈਕਟ ਕਰ ਦਾਂਗੇ। ਜਿਹੜੇ ਉਹ ਲੋਕ ਰੋਮਾਨੀਆ 'ਚ ਰਹਿ ਰਹੇ ਨੇ, ਤੁਸੀਂ ਦੇਖੋ ਉਹਨਾਂ ਦਾ ਮੁਸਤਕਬਲ ਕਿਹਦਾ ਚੇਂਜ ਹੋ ਗਿਆ। ਬੇਸ਼ੱਕ ਉਹ ਲੋ ਪੈਸੇ ਕਮਾ ਰਹੇ ਨੇ, ਲੇਕਿਨ ਔਰ ਜਿਹੜੇ ਲੋਕ ਲੀਗਲ ਰੋਮਾਨੀਆ ਦੇ ਕਾਗਜ਼ ਛੱਡ ਕੇ ਇਟਲੀ 'ਚ ਭੱਜੇ ਨੇ 5-5 ਹਜ਼ਾਰ ਯੂਰੋ ਦੇ ਕੇ ਉੱਥੋਂ ਨੱਸੇ ਨੇ ਹੈ, ਉਹ ਇੱਥੇ ਵੀ ਆ ਕੇ ਇਲੀਗਲ 3-3, 4-4 ਸਾਲ ਕਾਗਜ਼ਾਂ ਪਿੱਛੇ ਪਏ ਨੇ। ਔਰ ਜਿਹੜੇ ਉੱਥੇ ਟਿਕ ਗਏ ਨੇ 5 ਸਾਲ ਬਾਅਦ ਆਟੋਮੈਟਿਕਲੀ ਪਰਮਾਨੈਂਟ ਉਹਨਾਂ ਨੂੰ ਕਾਰਡ ਲੱਭ ਜਾਣਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਇਹਨਾਂ ਮੁਲਕਾਂ 'ਚ ਆਉਣ ਦੀ ਲੋੜ ਹੀ ਕੋਈ ਨਹੀਂ, ਸਿੱਧੇ ਜਰਮਨ ਜਾਣ, ਚੇਂਜ ਕਰਾ ਦੇਣ ਪੇਪਰ ਹੈ, ਕਿਸੇ ਅੱਛੇ ਮੁਲਕ ਜਾ ਕੇ ਪੇਪਰ ਚੇਂਜ ਕਰਾ ਲੈਣਾ। ਦੇਖੋ ਨਾ, ਅਗਰ ਸ਼ਿੰਗਨ 'ਚ ਐਂਟਰੀ ਹੋਗੀ ਤਾਂ ਕਿਤਨੀ ਲੱਕ ਉਹਨਾਂ ਬੰਦਿਆਂ ਦੀ ਹੈ ਕਿ 8 ਦਸੰਬਰ 2022 ਨੂੰ ਕਾਨਫਰੰਸ ਹੋਣੀ ਜਾ ਰਹੀ ਹੈ। ਯੂਰਪੀ ਯੂਨੀਅਨ ਸਿਰਫ ਜਿਹੜਾ ਉਹ ਜਿਹੜੀ EU ਦੇ ਮੈਂਬਰਸ ਨੇ ਇਹ ਸਿਰਫ ਕਾਨਫਰੰਸ ਕਰਾ ਸਕਦੇ ਨੇ, ਉਸ ਤੋਂ ਬਾਅਦ ਵੋਟਿੰਗ ਹੋਵੇਗੀ। ਅਗਰ ਇੱਕ ਮੁਲਕ ਵੀ ਖਿਲਾਫ ਵੋਟਿੰਗ ਦੇ ਥੜੇ ਤੇ ਉਹ ਸ਼ਿੰਗਨ 'ਚ ਨਹੀਂ ਸ਼ਾਮਲ। ਲੇਕਿਨ ਹਾਲੈਂਡ ਨੇ ਅੱਜ ਐਲਾਨ ਕਰ ਦਿੱਤਾ ਕਿ ਅਸੀਂ ਰੋਮਾਨੀਆ ਔਰ ਕਰੋਸ਼ੀਆ ਦੇ ਹੱਕ ਵਿੱਚ ਵੋਟ ਕਰਾਂਗੇ ਔਰ ਬੁਲਗਾਰੀਆ ਨੂੰ ਨਹੀਂ ਅਸੀਂ ਵੜਨ ਦੇਣਾ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਮਾਈਗ੍ਰੇਸ਼ਨ ਦਾ ਮਸਲਾ ਬਣੇਗਾ ਔਰ ਬਹੁਤ ਜ਼ਿਆਦਾ ਜਿਹੜੇ ਨੇ ਮਸਾਇਲ ਬਣ ਗਏ। ਇਸ ਤੋਂ ਬਾਅਦ ਰੋਮਾਨੀਅਨ ਕਾਰਡ ਵਾਲੇ ਸਪੇਨ ਆਵਣ, ਜਿਹੜੇ ਸਾਡੇ ਪਾਕਿਸਤਾਨੀ ਨੇ, ਆ ਕੇ ਘੁੰਮ ਫਿਰ ਕੇ 2-3 ਮਹੀਨੇ ਤੁਸੀਂ ਰਹਿ ਸਕਦੇ ਹੋ, ਘੁੰਮ ਫਿਰ ਕੇ ਚਲੇ ਜਾਓ। ਇੱਥੇ ਦਾ ਵੀ ਸਵਾਦ ਵੇਖ ਲਓ ਕਿ ਜਦੋਂ ਤੱਕ ਅੱਖਾਂ 'ਚ ਇੱਕ ਚੀਜ਼ ਨਾ ਦੇਖੀ ਹੁੰਦੀ ਹੈ ਤੇ ਫਿਰ ਬੰਦੇ ਨੂੰ ਲੱਗਦਾ ਪਤਾ ਨਹੀਂ ਅੱਗੇ ਪਤਾ ਨਹੀਂ ਕੀ ਹਿਸਾਬ ਹੈ। ਜਦੋਂ ਬੰਦਾ ਦੇਖ ਲੈਂਦਾ ਫਿਰ ਸਮਝ ਆ ਜਾਂਦੀ ਹੈ। ਇੱਥੇ ਤੁਸੀਂ ਆ ਕੇ ਦੇਖ ਕੇ ਜਾਓ, ਫਿਰ ਸਮਝ ਆ ਜਾਂਦੀ ਕਿ ਅਸੀਂ ਉੱਥੇ ਬੈਸਟ ਹਾਂ ਔਰ ਬਗੈਰ ਪੇਪਰਾਂ ਤੋਂ। ਕੱਲ੍ਹ ਨੂੰ ਇੱਥੇ ਆਉਣਾ ਵੀ ਠੀਕ ਹੈ, ਉੱਥੇ ਆਪਣਾ ਟੈਕਸ ਚਲਾਓ, ਆਪਣਾ ਪਰਮਾਨੈਂਟ ਕਾਰਡ ਲਓ ਤੇ ਇੱਥੇ ਆ ਕੇ ਪਰਮਾਨੈਂਟ ਚੇਂਜ ਕਰ ਲਓ। ਇੱਥੋਂ ਆ ਕੇ ਤੁਹਾਨੂੰ ਪਰਮਾਨੈਂਟ ਕੋਲ ਲੱਭ ਜਾਂਦਾ ਹੈ।
ਲੇਕਿਨ ਉਹ ਸਮਝਦੇ ਨੇ ਕਿ ਬੁਲਗਾਰੀਆ ਜਿਹੜਾ ਉਹ ਆਪਣੀ ਰਿਕੁਆਇਰਮੈਂਟ ਜਿਹੜੀ ਉਹ ਚਾਹੀਦੀ ਸੀ ਉਹਨਾਂ ਨੂੰ ਛਿੰਗਣ ਵਾਸਤੇ ਉਹ ਪੂਰੀ ਨਹੀਂ ਕਰ ਰਿਹਾ, ਇਸ ਕਰਕੇ ਬੁਲਗਾਰੀਆ ਜਿਹੜਾ ਉਹ ਨਹੀਂ ਹੋਵੇਗਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਪੂਰੇ ਯੂਰਪੀ ਯੂਨੀਅਨ 'ਚੋਂ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਕਿ ਤੁਸੀਂ ਇਹਨਾਂ ਤਿੰਨੋਂ ਮੁਲਕਾਂ ਨੂੰ ਵਾਸਤੇ ਹੱਕ 'ਚ ਵੋਟ ਦਿਓ, ਲੇਕਿਨ ਅਸੀਂ ਸਾਰਾ ਕੰਸੀਡਰ ਕਰਕੇ ਅਸੀਂ ਬੁਲਗਾਰੀਆ ਨੂੰ ਨਹੀਂ ਕਰ ਰਹੇ, ਅਸੀਂ ਪ੍ਰੈਸ਼ਰ ਨੂੰ ਨਹੀਂ ਦੇਖਣਾ, ਅਸੀਂ ਆਪਣੇ ਮੁਲਕ ਦੇ ਆਪਣੇ ਯੂਰਪੀ ਯੂਨੀਅਨ ਦੇ ਸ਼ਿੰਗਨ ਦੇ ਏਰੀਏ ਦੇ ਮਫਾਦ ਦੇਖਣੇ ਨੇ ਔਰ ਇਹ ਹੀ ਸਾਨੂੰ ਅਜ਼ੀਜ਼ ਨੇ ਹੈ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਰੋਮਾਨੀਆ ਔਰ ਬੁਲਗਾਰੀਆ ਜਿਹੜਾ ਇਹ 2007 ਦੇ ਵਿੱਚ ਯੂਰਪੀ ਯੂਨੀਅਨ 'ਚ ਸ਼ਾਮਲ ਹੋਇਆ ਸੀ ਔਰ ਉਸ ਤੋਂ ਬਾਅਦ ਇਹਨਾਂ ਦਾ ਸਟੇਟਸ ਸ਼ਿੰਗਨ ਜਿਹੜਾ ਇਹ ਰਸਤੇ ਵਿੱਚ ਸੀ। ਲੇਕਿਨ ਹੁਣ ਕਰੋਸ਼ੀਆ ਵਾਲੇ ਜਿਹੜੇ ਸੀ ਹੈ ਜਿਹੜੇ ਪਤਾ ਹੈ ਇਸ ਤੋਂ ਪਹਿਲੇ ਬੋਸਨੀਆ ਤੋਂ ਡੰਕੀ ਲੱਗਦੀ ਸੀ ਕਰੋਸ਼ੀਆ ਦੀ ਹੈ ਔਰ ਕਰੋਸ਼ੀਆ ਜਿੱਥੇ ਫੜਦੇ ਸੀ ਵਾਪਸ ਭੇਜ ਸਕਦੇ ਕਿਉਂਕਿ ਕਰੋਸ਼ੀਆ ਯੂਰਪੀ ਯੂਨੀਅਨ ਦਾ ਮੈਂਬਰ ਸੀ ਹੈ, ਸਲੋਵੇਨੀਆ ਦਾ ਸਟੇਟਸ ਨਹੀਂ ਸੀ। ਹੁਣ ਬੋਸਨੀਆ ਦੇ ਨਾਲ ਕਰੋਸ਼ੀਆ ਆ ਗਿਆ, ਠੀਕ ਹੈ ਜੀ। ਕਰੋਸ਼ੀਆ ਵੀ ਸਿੱਧਾ ਚੱਲੇਗਾ, ਮੋਂਟੇਨੇਗਰੋ ਨਾਲ ਕਰੋਸ਼ੀਆ ਲੱਗ ਰਿਹਾ, ਠੀਕ ਹੈ ਜੀ। ਹੁਣ ਅੱਗੂ ਦੇਖੋ ਨੈਕਸਟ ਕੀ ਹੁੰਦਾ, ਕੀ ਦਾ ਕਰਦੇ ਨੇ ਡੰਕੀਆਂ ਵਾਸਤੇ ਕੀ ਆਸਾਨੀ ਪੈਦਾ ਹੁੰਦੀ ਹੈ। ਅਗਲੇ ਹਫਤੇ ਕਾਨਫਰੰਸ ਹੈ, ਅਗਲੇ ਹਫਤੇ ਮੈਨੂੰ ਉਮੀਦ ਹੈ 8 ਦਸੰਬਰ ਨੂੰ ਇਹ ਕਾਨੂੰਨ ਪਾਸ ਹੋ ਜਾਏਗਾ ਤੇ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਹੋਵੇ ਜਿਹੜੇ ਰੋਮਾਨੀਆ 'ਚ ਨੇ ਔਰ ਜਿਹੜੇ ਕਰੋਸ਼ੀਆ ਵਿੱਚ ਨੇ ਹੈ। ਤੇ ਬੁਲਗਾਰੀਆ 'ਚ ਰੋਮਾਨੀਆ ਵੜਨਾ ਕਿਹੜਾ ਮਸਲਾ ਹੁੰਦਾ, ਲੇਕਿਨ ਨੈਕਸਟ ਮਸਲਾ ਬਣੇਗਾ ਹੈ ਕਿਉਂਕਿ ਅੱਗੂ ਜਾ ਕੇ ਕਿਉਂਕਿ ਇਹਨਾਂ ਨੇ ਮਜ਼ੀਦ ਬਾਰਡਰ ਸਖਤ ਕਰਨੇ ਨੇ ਕਿਉਂਕਿ ਜਦੋਂ ਯੂਰਪੀ ਯੂਨੀਅਨ ਨੇ ਸ਼ਿੰਗਨ 'ਚ ਪਾਉਣਾ ਹੈ ਤਾਂ ਉਹਨਾਂ ਨੇ ਮਜ਼ੀਦ ਬਾਰਡਰ ਜਿਹੜੀ ਜਿਤਨੇ ਵੀ ਰਸਤੇ 'ਚ ਉਹਨਾਂ ਨੇ ਚੁੱਕ ਕੇ ਉਹਨਾਂ ਨੇ ਬੁਲਗਾਰੀਆ ਬਾਰਡਰ 'ਤੇ ਲੈ ਜਾਣੇ ਨੇ। ਜੀਵਦੇ ਵਸਤੇ ਰਹੋ। ਮੈਨੂੰ ਖਬਰ ਮਿਲੀ ਸੀ, ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ। ਜਿਹੜੇ ਬੰਦੇ ਆ ਰਹੇ ਨੇ ਜਾਂ ਜਿਹੜੇ ਰਸਤੇ 'ਚ ਨੇ ਰੋਮਾਨੀਆ ਆਉਣ ਵਾਸਤੇ ਹੈ ਉਹ ਆਪਣਾ ਪਲਾਨ ਤੇਜ਼ ਕਰ ਦਿਓ ਕਿਉਂਕਿ ਇਸ ਦਾ ਰੇਟ ਵੀ ਬਹੁਤ ਵਧਣਾ ਜੇ ਹੋਣਾ ਹੈ। ਫੀ ਅਮਾਨ ਅੱਲਾ।